हेलो स्टूडेंट्स, हाउ आर यू। वेलकम टू योर बॉटनी लेक्चर। बेटा ਆਪਾਂ स्टार्ट करांगे फर्स्ट चैप्टर ऑफ फर्स्ट यूनिट ऑर्गेनिजम्स एंड इन्वायरमेंट एंड इंट्रोडक्शन। हुण ऑर्गेनिजम सानू पता आ कि जेड़ा धरती ते जीवित प्राणी ने जन्म लिया आ, अपनी लाइफ वो स्पेंड करदा आ, उहनूं आपां कहने ऑर्गेनिजम। ਹੁਣ ਆਪਾਂ ਨੂੰ ਇਹ ਵੀ ਪਤਾ ਆ ਕਿ ਆਰਗੇਨਿਜ਼ਮ ਕਦੇ ਵੀ ਅਲੋਨ ਨਹੀਂ ਆਪਣੀ ਲਾਈਫ ਸਪੈਂਡ ਕਰ ਸਕਦੇ। ਦੇ ਨੀਡ ਦਾ ਹੈਲਪ ਆਫ, ਅਸੀਂ ਕਹਿ ਸਕਦੇ ਹਾਂ, ਬਾਇਓਟਿਕ ਫੈਕਟਰਸ, ਏਬਾਇਓਟਿਕ ਫੈਕਟਰਸ, ਅਦਰ ਲਿਵਿੰਗ ਆਰਗੇਨਿਜ਼ਮਸ। ਤਾਂ ਔਰ ਹਰ ਆਰਗੇਨਿਜ਼ਮ ਨੂੰ ਆਪਣੀ ਲਾਈਫ ਸਪੈਂਡ ਕਰਨ ਲਈ ਫੂਡ ਦੀ ਜ਼ਰੂਰਤ ਪੈਂਦੀ ਹੈ, ਸ਼ੈਲਟਰ ਦੀ ਜ਼ਰੂਰਤ ਪੈਂਦੀ ਹੈ। ਤਾਂ ਅਸੀਂ ਈਕੋਲੋਜੀ ਨੂੰ ਕਿਵੇਂ ਡਿਫਾਈਨ ਕਰ ਸਕਦੇ ਹਾਂ? ਸਭ ਤੋਂ ਸਿੰਪਲ ਭਾਸ਼ਾ ਦੇ ਵਿੱਚ ਤਾਂ ਇੰਟਰੈਕਸ਼ਨ ਆਫ ਆਰਗੇਨਿਜ਼ਮਸ ਅਮੰਗ ਦੈਮਸੈਲਵਸ ਐਜ਼ ਵੈਲ ਐਜ਼ ਵਿਦ ਫਿਜ਼ੀਕਲ, ਕੈਮੀਕਲ, ਬਾਇਓਲੋਜੀਕਲ ਇਨਵਾਇਰਮੈਂਟ, ਉਹਨੂੰ ਅਸੀਂ ਕਹਿ ਦਿੰਦੇ ਈਕੋਲੋਜੀ। ਹੁਣ ਸਭ ਤੋਂ ਪਹਿਲਾਂ ਜਿਹੜੀ ਈਕੋਲੋਜੀ ਟਰਮ ਸੀਗੀ, ਈਕੋਲੋਜੀ ਜਿਹੜੀ ਆ ਉਹ ਗ੍ਰੀਕ ਭਾਸ਼ਾ ਦੇ ਵਰਡ ਆਈਕੋਲੋਜੀ ਤੋਂ ਬਣੀ ਆ। ਗ੍ਰੀਕ ਆਈਕੋਸ ਮਤਲਬ ਹਾਊਸ, ਲੋਗੋਸ ਮੈਨੇ ਸਟੱਡੀ, ਮਤਲਬ ਕਿਸੇ ਦੇ ਘਰ ਦੀ ਸਟੱਡੀ ਕਹਿ ਸਕਦੇ ਹਾਂ ਸਿੰਪਲ ਭਾਸ਼ਾ ਦੇ ਵਿੱਚ। ਸਭ ਤੋਂ ਪਹਿਲਾਂ ਰੀਟਰ ਸਾਇੰਟਿਸਟ ਸੀਗਾ ਇਨ 1868 ਜਿਹਨੇ ਇਹ ਟਰਮ ਖੋਜੀ ਸੀਗੀ। ਤਾਂ ਜੇ ਤੁਹਾਨੂੰ ਪੁੱਛਿਆ ਜਾਵੇ ਹੂ ਕੋਇਨਡ ਦਾ ਟਰਮ ਈਕੋਲੋਜੀ, ਤਾਂ ਤੁਸੀਂ ਰੀਟਰ ਦਾ ਹੀ ਨਾਮ ਲਿਖਣਾ ਆ। ਲੇਕਿਨ ਹੋਰ ਸਾਇੰਟਿਸਟ ਸੀਗੇ ਜਿਵੇਂ ਅਰਨੈਸਟ ਹੈਕਲ ਇਨ 1869, ਕਈ ਇਹਨੂੰ ਮੰਨਦੇ ਆ ਕਿ ਅਰਨੈਸਟ ਹੈਕਲ ਨੇ ਸਭ ਤੋਂ ਪਹਿਲਾਂ ਇਹ ਟਰਮ ਯੂਜ਼ ਕੀਤੀ ਸੀਗੀ। ਫਿਰ ਕੋਰੋਮੰਡੀ ਸਾਇੰਟਿਸਟ ਸੀਗਾ ਜਿਹਨੇ 1969 ਦੇ ਵਿੱਚ ਇਹ ਕ੍ਰੈਡਿਟ ਈਕੋਲੋਜੀ ਵਰਡ ਯੂਜ਼ ਕਰਨ ਦਾ ਹੈਨਰੀ ਡੇਵਿਡ ਥੋਰੀਓ ਨੇ ਦਿੱਤੇ ਸੀ 1858, ਪਰ ਆਪਾਂ ਰੀਟਰ ਹੀ ਲਿਖਣਾ ਹੈ ਕਿ ਸਭ ਤੋਂ ਪਹਿਲਾਂ ਉਹਨੇ ਕੋਇਨ ਕੀਤੇ ਸੀ ਇਹ ਟਰਮ। ਹੁਣ ਇਹਨੂੰ ਈਕੋਲੋਜੀ ਨੂੰ ਵੀ ਅਲੱਗ-ਅਲੱਗ ਸਾਇੰਟਿਸਟ ਨੇ ਅਲੱਗ-ਅਲੱਗ ਤਰੀਕਿਆਂ ਨਾਲ ਡਿਫਾਈਨ ਕੀਤਾ ਹੈ। ਸਭ ਤੋਂ ਪਹਿਲਾਂ ਸਿਰਫ ਐਨੀਮਲਸ ਈਕੋਲੋਜੀ ਦੇ ਵਿੱਚ ਇਨਕਲੂਡ ਕੀਤੇ ਸੀਗੇ, ਅਤੇ ਸਾਇੰਟਿਸਟ ਕਹਿੰਦੇ ਸੀਗੇ ਕਿ ਇੰਟਰੈਕਸ਼ਨ ਆਫ ਐਨੀਮਲਸ ਅਮੰਗ ਦੈਮਸੈਲਵਸ ਐਜ਼ ਵੈਲ ਐਜ਼ ਵਿਦ ਦਾ ਇਨਵਾਇਰਮੈਂਟ, ਇਹ ਈਕੋਲੋਜੀ ਆ। ਲੇਕਿਨ ਜਦੋਂ ਹੋਰ ਥੋਰੋ ਸਟੱਡੀ ਕੀਤੀ ਤਾਂ ਫਿਰ ਉਹਨਾਂ ਨੇ ਮੰਨਿਆ ਕਿ ਪਲਾਂਟਸ ਵੀ ਇਹਦੇ ਵਿੱਚ ਆਉਣੇ ਚਾਹੀਦੇ ਆ, ਕਿਉਂਕਿ ਪਲਾਂਟਸ ਆਰ ਆਲਸੋ ਦਾ ਲਿਵਿੰਗ ਆਰਗੈਨਿਜ਼ਮਸ। ਤਾਂ ਫਿਰ ਉਹਨਾਂ ਨੇ ਕਿਹਾ ਤਾਂ ਸਟੱਡੀ ਆਫ ਪਲਾਂਟਸ ਐਂਡ ਐਨੀਮਲਸ and their interaction with themselves, interaction among themselves as well as with their environment ਹੁਣ ਫਿਜ਼ੀਕਲ, ਬਾਇਓਟਿਕ, ਏਬਾਇਓਟਿਕ ਫੈਕਟਰ ਸਾਰੇ ਆ ਜਾਂਦੇ ਆ। ਈਕੋਲੋਜੀ ਨੂੰ ਬਾਇਓਨੋਮਿਕਸ ਵੀ ਕਹਿੰਦੇ ਆ। ਇਹ ਜਿਹੜੀ ਟਰਮ ਆ ਇਹ ਮਾਡਰਨ ਵਰਡ ਅਸੀਂ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ। 1900s ਦੇ ਵਿੱਚ ਮੇਨ ਐਮਫੈਸਿਸ ਜਿਹੜਾ ਦਿੱਤਾ ਗਿਆ ਸੀਗਾ ਈਕੋਲੋਜੀਕਲ ਸਟੱਡੀਜ਼ ਨੂੰ। ਉਸ ਤੋਂ ਪਹਿਲਾਂ ਤਾਂ ਈਕੋਲੋਜੀ ਇੰਨੇ ਲਾਈਮਲਾਈਟ 'ਚ ਨਹੀਂ ਸੀਗੀ, ਪਰ ਹੌਲੀ ਹੌਲੀ ਈਕੋਲੋਜੀ ਜਿਹੜੀ ਆ ਅੱਜ ਤਾਂ ਬਰਨਿੰਗ ਇਹ ਸਬਜੈਕਟ ਬਣਿਆ ਹੋਇਆ, ਕਿਉਂਕਿ ਹਰ ਕੋਈ ਇਨਵਾਇਰਮੈਂਟ ਦੇ ਪ੍ਰਤੀ ਜਾਗਰੂਕ ਹੋਇਆ ਹੈ ਕਿ ਅਸੀਂ ਆਪਣਾ ਇਨਵਾਇਰਮੈਂਟ ਸੇਫ ਰੱਖਣਾ ਆ, ਕਲੀਨ ਗ੍ਰੀਨ ਇਨਵਾਇਰਮੈਂਟ ਰੱਖਣਾ ਆ, ਈਕੋ ਫਰੈਂਡਲੀ ਇਨਵਾਇਰਮੈਂਟ ਰੱਖਣਾ ਆ। ਤਾਂ ਹੁਣ ਜਿਹੜੀ ਇਹ ਬ੍ਰਾਂਚ ਆ ਇਸ ਵੇਲੇ ਪ੍ਰੈਜ਼ੈਂਟ ਟਾਈਮ 'ਤੇ ਤਾਂ ਇਹ ਬਰਨਿੰਗ ਬ੍ਰਾਂਚ ਆ। ਅਤੇ ਪਹਿਲਾਂ ਲੇਕਿਨ ਇਹਨੂੰ ਇੰਨਾ ਇੰਪੋਰਟੈਂਸ ਨਹੀਂ ਦਿੱਤੀ ਸੀ, ਜਸਟ ਬੋਟਨੀ, ਜ਼ੂਲੌਜੀ ਜਾਂ ਬਾਇਓ ਦਾ ਇੱਕ ਪਾਰਟ ਮੰਨਦੇ ਸੀਗੇ। ਹੁਣ ਈਕੋਲੋਜੀ ਨੂੰ ਡਿਫਾਈਨ ਕਰ ਸਕਦੇ ਹਾਂ ਬ੍ਰਾਂਚ ਆਫ ਈਕੋਲੋਜੀ ਵਿਚ ਡੀਲਸ ਵਿਦ ਦਾ ਐਪਲੀਕੇਸ਼ਨ ਆਫ ਦਾ ਅਪਲਾਈਡ ਈਕੋਲੋਜੀ, ਅੱਜ ਕੱਲ੍ਹ ਟਰਮ ਯੂਜ਼ ਕਰਦੇ ਆ। ਅਤੇ ਇਹਨੂੰ ਡਿਫਾਈਨ ਕਰਦੇ ਆ ਬ੍ਰਾਂਚ ਆਫ ਈਕੋਲੋਜੀ ਵਿਚ ਡੀਲਸ ਵਿਦ ਐਪਲੀਕੇਸ਼ਨ ਆਫ ਦਾ ਈਕੋਲੋਜੀਕਲ ਪ੍ਰਿੰਸੀਪਲਸ ਇਨ ਦਾ ਮੈਨੇਜਮੈਂਟ ਐਂਡ ਕੰਜ਼ਰਵੇਸ਼ਨ ਆਫ ਨੇਚਰ। ਤਾਂ ਅੱਜ ਕੱਲ੍ਹ ਜਿਹੜੇ ਕੰਜ਼ਰਵੇਸ਼ਨ ਆਫ ਨੇਚਰ ਆ, ਨੈਚੁਰਲ ਰਿਸੋਰਸਿਸ ਆ, ਇਹ ਸਾਰਾ ਅਪਲਾਈਡ ਈਕੋਲੋਜੀ 'ਚ ਆਉਂਦਾ ਆ, ਅਤੇ ਇਹ ਬ੍ਰਾਂਚ ਆਫ ਈਕੋਲੋਜੀ ਹੀ ਹੈ। ਅਤੇ ਹੁਣ ਇਹ ਨੈਚੁਰਲ ਰਿਸੋਰਸਿਸ ਜਾਂ ਇਨਵਾਇਰਮੈਂਟ ਨੂੰ ਕਿਉਂ ਬਚਾਉਣਾ ਜ਼ਰੂਰੀ ਆ? ਕਿਉਂਕਿ ਇਹ ਸਾਨੂੰ ਸਾਰਿਆਂ ਨੂੰ
ਸਪੋਰਟ ਕਰਦੇ ਆ, ਸਾਨੂੰ ਸਾਰਿਆਂ ਨੂੰ ਇਹ ਹੈਲਪ ਕਰਦੇ ਆ ਟੂ ਸਸਟੇਨ ਆਰ ਲਾਈਫ ਜਾਂ ਟੂ ਸਪੈਂਡ ਆਰ ਲਾਈਫ। ਇਹਨਾਂ ਤੋਂ ਬਿਨਾਂ ਅਸੀਂ ਆਪਣੀ ਲਾਈਫ ਜਿਹੜੀ ਆ ਉਹ ਨਹੀਂ ਪੂਰੀ ਤਰ੍ਹਾਂ ਖੁੱਲ੍ਹ ਕੇ ਨਹੀਂ ਜੀ ਸਕਦੇ ਸੀਗੇ, ਸਾਨੂੰ ਕਿਤੇ ਨਾ ਕਿਤੇ ਇਹਨਾਂ ਦੀ ਲੋੜ ਸੀਗੀ। ਅਤੇ ਹੁਣ ਫਿਰ ਹੈਗੀ ਆ ਹਿਸਟਰੀ। ਹਿਸਟਰੀ ਬੇਟਾ ਇਹਦੇ ਵਿੱਚੋਂ ਤੁਸੀਂ 1 ਜਾਂ 2 ਪੁਆਇੰਟਸ ਜਿਹੜੇ ਤੁਹਾਨੂੰ ਲੱਗਦੇ ਮੇਨ ਉਹ ਕਰ ਲਿਓ, ਜਿਵੇਂ ਟੈਰਸ ਡੀ ਕ੍ਰੈਸੈਂਟੀਅਸ ਵਾਸ ਫਸਟ ਟੂ ਸਟੱਡੀ ਕੰਪੀਟੀਸ਼ਨ ਅਮੰਗ ਫੋਰੈਸਟ ਪਲਾਂਟ। ਹੁਣ ਇੱਦਾਂ ਦੀਆਂ ਚੀਜ਼ਾਂ ਕਦੇ ਪੁੱਛੀਆਂ ਤਾਂ ਨਹੀਂ ਹੈਗੀਆਂ, ਪਰ ਜੇ ਤੁਸੀਂ ਇੱਕ ਵਾਰੀ ਤਾਂ ਜ਼ਰੂਰ ਰੀਡ ਕਰਿਓ, ਉਸ ਤੋਂ ਬਾਅਦ ਜਿਹੜਾ ਪੁਆਇੰਟ ਤੁਹਾਨੂੰ ਲੱਗਿਆ ਉਹ ਯਾਦ ਰੱਖ ਲਿਓ, ਬਾਕੀ ਤੁਸੀਂ ਇਹਨੂੰ ਪੜ੍ਹ ਕੇ ਛੱਡ ਦਿਓ। ਫਿਰ ਅਦਰਸ ਜਿਵੇਂ ਮਾਲਥਸ ਸਾਇੰਟਿਸਟ ਸੀਗਾ, ਇਹਨੇ ਮਾਲਥਸ ਥਿਊਰੀ ਦਿੱਤੀ ਸੀਗੀ, ਤਾਂ ਇਹਨੂੰ ਵੀ ਜਸਟ ਤੁਸੀਂ ਜਿਹੜਾ ਕੋਈ ਇੱਕ ਅੱਧਾ ਪੁਆਇੰਟ ਤੁਹਾਨੂੰ ਲੱਗਦਾ ਹੋਇਆ ਉਹ ਪੜ੍ਹ ਲਿਓ ਇਹਦੇ ਵਿੱਚੋਂ। ਅਰਨੈਸਟ ਹੈਕਲ ਗੇਵ ਫਸਟ ਪ੍ਰੀਸਾਈਜ਼ ਡੈਫੀਨੇਸ਼ਨ ਆਫ ਈਕੋਲੋਜੀ, ਇਹ ਇੰਪੋਰਟੈਂਟ ਹੈ। ਰੀਟਰ ਇੰਟਰੋਡਿਊਸ ਦਾ ਟਰਮ ਈਕੋਲੋਜੀ, ਇਹ ਇੰਪੋਰਟੈਂਟ ਹੈ, ਆਪਾਂ ਪਿੱਛੇ ਪੜ੍ਹ ਚੁੱਕੇ ਹਾਂ। ਫਿਰ ਇਹਦੇ ਨਾਲ ਹੀ ਇਸ ਚੈਪਟਰ 'ਚ ਕੁਛ ਡੈਫੀਨੇਸ਼ਨਸ ਆ, ਵੈਸੇ ਮੈਕਸੀਮਮ ਡੈਫੀਨੇਸ਼ਨ ਅਸੀਂ ਚੈਪਟਰਸ 'ਚ ਪੜ੍ਹ ਹੀ ਲਿਆ ਆ, ਜਿਵੇਂ ਬਾਇਓਜੀਓ ਕੈਮੀਕਲ ਸਾਈਕਲ, ਇਹ ਸਰਕੂਲਰ ਪਾਥਵੇ ਜਿਹਦੇ ਵਿੱਚ ਨਿਊਟਰੀਐਂਟਸ ਦਾ ਸਾਈਕਲਿੰਗ ਹੁੰਦੀ ਆ, ਸੋਇਲ ਟੂ ਐਟਮੋਸਫੇਅਰ ਟੂ ਸੋਇਲ, ਉਹਨੂੰ ਆਪਾਂ ਬਾਇਓਜੀਓ ਕੈਮੀਕਲ ਸਾਈਕਲ ਕਹਿੰਦੇ ਹਾਂ। ਬਾਇਓਡਾਇਵਰਸਿਟੀ ਜੈਵਿਕ ਵਿਭਿੰਨਤਾ ਹੈ ਨਾ, ਡਾਇਵਰਸਿਟੀ ਇਨ ਸਪੀਸ਼ੀਜ਼। ਅਡੈਪਟੇਸ਼ਨ ਅਸੀਂ ਟੂ ਐਨੀ ਪਰਟੀਕੂਲਰ ਇਨਵਾਇਰਮੈਂਟ ਵੈਨ ਐਨੀ ਲਿਵਿੰਗ ਆਰਗੈਨਿਜ਼ਮ ਅਡੈਪਟਸ ਇਟਸੈਲਫ, ਉਹਨੂੰ ਅਸੀਂ ਕਹਿੰਦੇ ਹਾਂ ਅਡੈਪਟੇਸ਼ਨ। ਤਾਂ ਇਹ ਸਾਰੀ ਡੈਫੀਨੇਸ਼ਨ ਇੱਥੇ ਨਹੀਂ ਵੀ ਪੜ੍ਹੋਗੇ ਕੋਈ ਗੱਲ ਨਹੀਂ, ਆਪਾਂ ਹਰ ਚੈਪਟਰ ਦੇ ਵਿੱਚ ਪੜ੍ਹ ਲੈਣੀ ਆ, ਬਾਇਓਮ ਵਗੈਰਾ ਸਾਰਾ ਕੀ ਹੁੰਦਾ ਆ, ਤਾਂ ਇਹਨੂੰ ਵੀ ਇੱਥੇ ਇੱਕ ਰੀਡਿੰਗ ਲਗਾਉਣੀ ਹੋਈ ਲਗਾ ਕੇ ਛੱਡ ਦਿਓ। ਫਿਰ ਜਿਹੜਾ ਸਾਡਾ ਟੌਪਿਕ ਆਫ ਕੰਸਰਨ ਆ ਉਹ ਹੈਗਾ ਆ ਡਿਵੀਜ਼ਨਸ ਆਫ ਪਲਾਂਟ ਈਕੋਲੋਜੀ। ਪਲਾਂਟ ਈਕੋਲੋਜੀ ਨੂੰ 2 ਡਿਵੀਜ਼ਨਸ 'ਚ ਵੰਡਿਆ ਹੈਗਾ ਆ, ਔਟ ਈਕੋਲੋਜੀ ਅਤੇ ਸਿਨ ਈਕੋਲੋਜੀ। ਔਟ ਮੈਨੇ ਹੈਗਾ ਆ 1 ਹੈ ਨਾ, ਅਤੇ ਸਿਨ ਮਤਲਬ ਹੁੰਦਾ ਆ ਗਰੁੱਪ। ਇਹਦੇ ਵਿੱਚ ਅਸੀਂ ਔਟ ਈਕੋਲੋਜੀ ਦੇ ਵਿੱਚ ਅਸੀਂ ਸਟੱਡੀ ਕਰਦੇ ਹਾਂ ਇੰਡੀਵਿਜੂਅਲ ਪਲਾਂਟ ਸਪੀਸ਼ੀਜ਼ ਔਰ ਪਾਪੂਲੇਸ਼ਨ। ਇੱਕੋ ਹੀ ਪਲਾਂਟ ਸਪੀਸ਼ੀਜ਼ ਦੀ ਆਰਗੈਨਿਜ਼ਮ ਜਾਂ ਪਾਪੂਲੇਸ਼ਨ ਬਾਰੇ ਅਸੀਂ ਜਦੋਂ ਪੜ੍ਹਦੇ ਹਾਂ ਉਹ ਹੋ ਗਿਆ ਔਟ ਈਕੋਲੋਜੀ ਹੈ ਨਾ। ਪੂਰਾ ਅਸੀਂ ਸਟੱਡੀ ਕਰਨਾ ਹੈ ਕਿ ਕਿਵੇਂ ਉਹਨੂੰ ਸੋਇਲ 'ਚ ਲਗਾਇਆ, ਕਿਵੇਂ ਸੀਡਲਿੰਗ ਨਿਕਲਿਆ, ਕਿਵੇਂ ਸੀਡ ਜਰਮੀਨੇਟ ਹੋਇਆ, ਪੱਤੀਆਂ ਕਿੰਨੀਆਂ ਆਈਆਂ, ਕਿੱਦਾਂ ਦੀਆਂ ਆਈਆਂ, ਤਾਂ ਇਹ ਸਾਰਾ ਜਿਹੜਾ ਕਿੰਨੀ ਉਹਦੀ ਹਾਈਟ ਹੋਈ, ਲੈਂਥ ਹੋਈ, ਕਦੋਂ ਉਹ 'ਚ ਰੀਪਰੋਡਕਸ਼ਨ ਹੋਇਆ, ਤਾਂ ਇਹ ਸਾਰੇ ਜਿਹੜੇ ਹੈਗੇ ਆ ਔਟ ਈਕੋਲੋਜੀ 'ਚ ਆਪਾਂ ਇੱਕੋ ਹੀ ਆਰਗੈਨਿਜ਼ਮ ਦੇ ਬਾਰੇ ਸਟੱਡੀ ਕਰਦੇ ਹਾਂ। ਫਿਰ ਹੈਗਾ ਸਿਨ ਈਕੋਲੋਜੀ, ਈਕੋਲੋਜੀਕਲ ਸਟੱਡੀ ਆਫ ਗਰੁੱਪ ਆਫ ਆਰਗੈਨਿਜ਼ਮਸ ਔਰ ਕਮਿਊਨਿਟੀਜ਼। ਹੁਣ ਗਰੁੱਪ ਆਫ ਆਰਗੈਨਿਜ਼ਮ ਇਹ ਹੋਇਆ ਆਰਗੈਨਿਜ਼ਮ, ਇੱਕ ਆਰਗੈਨਿਜ਼ਮ ਦੇ ਗਰੁੱਪ ਨੂੰ ਅਸੀਂ ਕਹਿੰਦੇ ਹਾਂ ਪਾਪੂਲੇਸ਼ਨ, ਅਤੇ ਗਰੁੱਪ ਆਫ ਪਾਪੂਲੇਸ਼ਨ ਕਿਆ ਹੋ ਗਈ, ਜਾਂ ਗਰੁੱਪ ਆਫ ਆਰਗੈਨਿਜ਼ਮਸ ਆਫ ਮੈਨੀ ਸਪੀਸ਼ੀਜ਼ ਜਾਂ ਮੈਨੀ ਪਾਪੂਲੇਸ਼ਨ, ਉਹ ਹੋ ਗਈ ਕਮਿਊਨਿਟੀ। ਗਰੁੱਪ ਆਫ ਪਾਪੂਲੇਸ਼ਨ ਇਜ਼ ਕਮਿਊਨਿਟੀ। ਤਾਂ ਅਸੀਂ ਦੂਸਰੀ ਭਾਸ਼ਾ 'ਚ ਇਹ ਕਹਿ ਸਕਦੇ ਹਾਂ ਔਟ ਈਕੋਲੋਜੀ 'ਚ ਅਸੀਂ ਪਾਪੂਲੇਸ਼ਨ ਬਾਰੇ ਸਟੱਡੀ ਕਰਦੇ ਹਾਂ, ਸਿਨ ਈਕੋਲੋਜੀ ਦੇ ਵਿੱਚ ਅਸੀਂ ਕਮਿਊਨਿਟੀ ਬਾਰੇ ਸਟੱਡੀ ਕਰਦੇ ਹਾਂ। ਹੁਣ ਜਿਹੜੀ ਆਹ ਸਟੱਡੀ ਹੈਗੀ ਆ ਸਿਨ ਈਕੋਲੋਜੀ, ਇਹਨੂੰ ਫਰਦਰ ਡਿਵਾਈਡ ਕੀਤਾ ਗਿਆ ਆ। ਹੈਬੀਟੈਟ ਈਕੋਲੋਜੀ, ਹੈਬੀਟੈਟ ਨਾਮ ਤੋਂ ਹੀ ਕਲੀਅਰ ਹੈ ਘਰ, ਕਿ ਜਦੋਂ ਅਸੀਂ ਗਰੋਥ ਔਰ ਮਾਰਫੋਲੋਜੀ ਆਫ ਪਲਾਂਟ ਜਿਹੜੀ ਇਨਫਲੂਐਂਸਡ ਹੁੰਦੀ ਆ ਬਾਏ ਦਾ ਹੈਬੀਟੈਟ, ਕਿ ਕਿਹੜੇ ਹੈਬੀਟੈਟ 'ਚ ਰਹਿੰਦੇ ਆ, ਉੱਥੇ ਕਿੱਦਾਂ ਦੇ ਸੋਇਲ ਕੰਡੀਸ਼ਨਸ ਕੀ ਆ, ਟੈਂਪਰੇਚਰ ਕਿਵੇਂ ਦਾ ਆ, ਤਾਂ ਇਹਨੂੰ ਅਸੀਂ ਕਹਿੰਦੇ ਹਾਂ ਹੈਬੀਟੈਟ ਈਕੋਲੋਜੀ। ਪਰਟੀਕੂਲਰ ਹੈਬੀਟੈਟ ਬਾਰੇ ਸਟੱਡੀ ਕਰਨਾ, ਗ੍ਰਾਸਲੈਂਡ ਹੋ ਗਿਆ, ਫੋਰੈਸਟ ਹੋ ਗਿਆ, ਪੌਂਡ ਹੋ ਗਿਆ, ਮੈਰਾਈਨ ਸਿਸਟਮ ਹੋ ਗਿਆ ਹੈ ਨਾ, ਇਹ ਹੋ ਗਿਆ ਹੈਬੀਟੈਟ ਈਕੋਲੋਜੀ। ਫਿਰ ਸਿਨ ਈਕੋਲੋਜੀ 'ਚ ਅਸੀਂ ਪੜ੍ਹਦੇ ਹਾਂ ਲੈਵਲਸ ਆਫ ਆਰਗੇਨਾਈਜੇਸ਼ਨ। ਲੈਵਲਸ ਆਫ ਆਰਗੇਨਾਈਜੇਸ਼ਨ ਪੜ੍ਹਿਆ ਹੋਣਾ ਆ ਤੁਸੀਂ, ਹਾਇਰਾਰਕੀ ਆਪਾਂ
+1 ਦੇ ਵਿੱਚ ਵੀ ਪੜ੍ਹੀ ਆ ਕਿ ਜਿਵੇਂ ਆਪਾਂ ਕਹਿੰਦੇ ਹਾਂ ਸੈਲਸ, ਗਰੁੱਪ ਆਫ ਸੈਲਸ, ਟਿਸ਼ੂ, ਗਰੁੱਪ ਆਫ ਟਿਸ਼ੂ, ਆਰਗਨਸ, ਫਿਰ ਆਰਗਨ ਸਿਸਟਮ, ਫਿਰ ਆਰਗੈਨਿਜ਼ਮ, ਫਿਰ ਕਹਿ ਲਓ ਕਿ ਈਕੋਸਿਸਟਮ, ਪਾਪੂਲੇਸ਼ਨ, ਕਮਿਊਨਿਟੀ, ਬਾਇਓਮ, ਬਾਇਓਸਫੀਅਰ ਤੱਕ ਇਹ ਜਿਹੜੀ ਹਾਇਰਾਰਕੀ ਹੁੰਦੀ ਆ ਇਹਨੂੰ ਲੈਵਲਸ ਆਫ ਆਰਗੇਨਾਈਜੇਸ਼ਨ ਕਹਿੰਦੇ। ਜਿਵੇਂ ਤੁਸੀਂ ਇਹ ਪੜ੍ਹਦੇ ਆ ਸਪੀਸ਼ੀਜ਼, ਜੀਨਸ, ਦੈਨ ਤੁਹਾਡਾ ਕਲਾਸ, ਆਰਡਰ, ਫੈਮਲੀ, ਡਿਵੀਜ਼ਨ, ਕਿੰਗਡਮ, ਫਾਈਲਮ, ਇੱਦਾਂ ਇਹ ਹਾਇਰਾਰਕੀ ਆ। ਤਾਂ ਪਹਿਲਾਂ ਅਸੀਂ ਦੇਖਾਂਗੇ ਇਹਦੇ ਵਿੱਚ ਫਿਜ਼ੀਕਲ ਹਾਇਰਾਰਕੀ। ਹੁਣ ਫਿਜ਼ੀਕਲ ਕੈਮਿਸਟਰੀ ਨਾਲ ਰਿਲੇਟਡ ਆ ਕਿ ਸਭ ਤੋਂ ਛੋਟਾ ਯੂਨਿਟ ਜਿਹੜਾ ਆ ਉਹ ਐਟਮਸ ਆ। 2 ਐਟਮਸ ਮਿਲ ਕੇ ਐਲੀਮੈਂਟਸ ਬਣਾਉਂਦੇ ਆ, ਹੈ ਨਾ, ਐਲੀਮੈਂਟਸ ਮਿਲ ਕੇ ਮੋਲੀਕਿਊਲਸ ਬਣਾਉਂਦੇ ਆ। ਤਾਂ ਇਹਦੇ ਵਿੱਚ ਇਹੀ 2-3 ਲਾਈਨਸ 'ਚ ਤੁਸੀਂ ਦੇਖਣਾ ਆ ਕਿ ਐਟੋਮਿਕ ਲੈਵਲ, ਲੋਐਸਟ ਲੈਵਲ ਆਫ ਆਰਗੈਨਿਜ਼ਮਸ ਇਨ ਬੋਥ ਲਿਵਿੰਗ ਐਂਡ ਨੋਨ ਲਿਵਿੰਗ, ਹੈ ਨਾ, ਇਹ ਐਟਮ ਹੁੰਦੇ ਆ। ਅਤੇ ਪ੍ਰੋਟੋਨਸ, ਨਿਊਟਰੋਨਸ, ਇਲੈਕਟ੍ਰੋਨਸ ਦਾ ਬਣਿਆ ਹੁੰਦਾ ਐਟਮ। All living organisms are made up of 4 chemical elements: carbon, hydrogen, oxygen, nitrogen, 1% of other element। ਤਾਂ ਇਹ ਹੋ ਗਿਆ elements ਹੋ ਗਏ। ਅਤੇ ਮਿਲ ਕੇ elements ਜਿਹੜੇ ਆ ਉਹ molecules ਬਣਾਉਂਦੇ ਆ, ਕਾਰਬਨ ਡਾਈਆਕਸਾਈਡ ਵਗੈਰਾ। ਤਾਂ ਇਹ ਜਨਰਲ ਜਿਹਾ ਤੁਸੀਂ ਇੱਥੇ ਰੀਡ ਕਰ ਲੈਣਾ ਹੈ। ਫਿਰ ਹੈਗਾ ਆ ਬਾਇਓਲੋਜੀਕਲ ਆਉਂਦਾ ਆ ਹਾਇਰਾਰਕੀ। ਹੁਣ ਬਾਇਓਲੋਜੀਕਲ ਹਾਇਰਾਰਕੀ 'ਚ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਬੋਡੀ ਆਫ ਲਿਵਿੰਗ ਆਰਗੈਨਿਜ਼ਮ ਇਜ਼ ਮੇਡ ਅਪ ਆਫ ਸੈੱਲ, ਹੈ ਨਾ। ਗਰੁੱਪ ਆਫ ਸੈਲਸ ਆਪਾਂ ਕਹਿੰਦੇ ਆ ਟਿਸ਼ੂਜ਼, ਗਰੁੱਪ ਆਫ ਟਿਸ਼ੂਜ਼ ਨੂੰ ਕਹਿੰਦੇ ਆ ਆਰਗਨ, ਗਰੁੱਪ ਆਫ ਆਰਗਨਸ ਬਹੁਤ ਸਾਰੇ ਆਰਗਨਸ ਮਿਲ ਕੇ ਬਣਾਉਂਦੇ ਆ ਆਰਗਨ ਸਿਸਟਮ, ਅਤੇ ਬਹੁਤ ਸਾਰੇ ਆਰਗਨ ਸਿਸਟਮ ਮਿਲ ਕੇ ਬਣਾਉਂਦੇ ਇੱਕ ਆਰਗੈਨਿਜ਼ਮ। ਤਾਂ ਇਹ ਹੋ ਗਿਆ ਬਾਇਓਲੋਜੀਕਲ ਹਾਇਰਾਰਕੀ। ਪਰ ਜਿਹੜਾ ਸਾਡੇ ਮੇਨ ਕੰਸਰਨ ਦਾ ਹੈਗਾ ਆ ਉਹ ਹੈਗਾ ਈਕੋਲੋਜੀਕਲ ਹਾਇਰਾਰਕੀ। ਤਾਂ ਅਸੀਂ ਉੱਪਰਲੀਆਂ ਤਾਂ ਜਸਟ ਐਵੇਂ ਇੰਟਰੋਡਕਟਰੀ ਜਿਹੀਆਂ ਆ, ਸਾਨੂੰ ਮੇਨ ਜਿਹੜਾ ਮਤਲਬ ਹੈਗਾ ਉਹ ਹੈਗਾ ਆ ਈਕੋਲੋਜੀਕਲ ਹਾਇਰਾਰਕੀ, ਕਿਉਂਕਿ ਆਪਾਂ ਈਕੋਲੋਜੀ ਪੜ੍ਹ ਰਹੇ ਹਾਂ। ਹੁਣ ਈਕੋਲੋਜੀਕਲ ਹਾਇਰਾਰਕੀ ਜਿਹੜੀ ਆ ਇਹ ਆਰਗੈਨਿਜ਼ਮ ਤੋਂ ਬਿਗਿਨ ਕਰਦੀ ਆ, ਸਟਾਰਟ ਕਰਦੀ ਆ ਅਤੇ ਪੂਰੀ ਉੱਪਰ ਤੱਕ ਜਾਂਦੀ ਆ। ਜਿਹੜੀ ਈਕੋਲੋਜੀਕਲ ਹਾਇਰਾਰਕੀ ਆ ਆਰਗੈਨਿਜ਼ਮ ਤੋਂ ਤਾਂ ਸਟਾਰਟ ਹੁੰਦੀ ਆ, ਕਿਉਂਕਿ ਆਰਗੈਨਿਜ਼ਮ ਨੇ ਹੀ ਫਿਰ ਪਾਪੂਲੇਸ਼ਨ, ਕਮਿਊਨਿਟੀ ਅਤੇ ਬਾਇਓਸਫੀਅਰ ਬਣਾਉਣਾ ਆ ਮਿਲ ਕੇ। ਔਰ ਇਹ ਕੰਪਲੈਕਸ ਹਾਇਰਾਰਕੀ ਆ। ਇਹਨੂੰ ਅਸੀਂ ਜੇ ਇਹਦੇ ਲੈਵਲ ਸਟੱਡੀ ਕਰਨੇ ਆ ਤਾਂ ਸਭ ਤੋਂ ਇਹਦੀ ਛੋਟੀ ਹੈਗੀ ਆ ਉਹ ਹੈਗਾ ਆਰਗੈਨਿਜ਼ਮ, ਹੈ ਨਾ। ਹੁਣ ਗਰੁੱਪ ਆਫ ਆਰਗੈਨਿਜ਼ਮਸ ਇਹ ਮਿਲ ਕੇ ਬਣਾਉਂਦੇ ਆ ਪਾਪੂਲੇਸ਼ਨ, ਗਰੁੱਪ ਆਫ ਪਾਪੂਲੇਸ਼ਨ ਕਮਿਊਨਿਟੀ, ਗਰੁੱਪ ਆਫ ਕਮਿਊਨਿਟੀ ਈਕੋਸਿਸਟਮ, ਗਰੁੱਪ ਆਫ ਈਕੋਸਿਸਟਮ ਬਹੁਤ ਸਾਰੇ ਈਕੋਸਿਸਟਮ ਮਿਲ ਕੇ ਬਣਾਉਂਦੇ ਆ ਬਾਇਓਸਫੀਅਰ। ਤਾਂ ਇਹ ਜਿਹੜੀ ਹਾਇਰਾਰਕੀ ਆ ਇਹ ਵੈਰੀ ਇੰਪੋਰਟੈਂਟ ਆ, ਠੀਕ ਹੈ। ਔਰ ਫਿਰ ਹੈਗੇ ਆ ਫੈਕਟਰਸ ਰਿਸਪੋਂਸੀਬਲ ਫॉर ਰੈਗੂਲੇਟਿੰਗ ਦ ਡਿਫਰੈਂਟ ਲੈਵਲਸ ਆਫ ਆਰਗੇਨਾਈਜੇਸ਼ਨ। ਹੁਣ ਕਿਹੜੇ ਫੈਕਟਰਸ ਆ ਜਿਹੜੇ ਇਹ ਆਰਗੇਨਾਈਜੇਸ਼ਨ ਬਣਾਉਂਦੇ ਆ ਜਾਂ ਰੋਲ ਪਲੇ ਕਰਦੇ ਆ ਆਰਗੇਨਾਈਜੇਸ਼ਨ ਨੂੰ ਫਾਰਮ ਕਰਨ 'ਚ। ਤਾਂ ਇਹ ਹੈਗਾ ਐਗਰੀਗੇਸ਼ਨ ਨਾਮ ਤੋਂ ਹੀ ਕਲੀਅਰ ਆ, ਕਲੈਕਸ਼ਨ ਜਾਂ ਗਰੁੱਪਿੰਗ ਆਫ ਸਮਾਲਰ ਯੂਨਿਟਸ ਟੂ ਫਾਰਮ ਲਾਰਜਰ ਯੂਨਿਟ। ਫਿਰ ਹੈਗਾ ਇੰਟਰੈਕਸ਼ਨ। ਹੁਣ ਗਰੁੱਪ ਬਣ ਗਏ, ਇਕੱਠੇ ਹੋ ਗਏ ਤਾਂ ਆਪਸ 'ਚ ਰਿਲੇਸ਼ਨਸ਼ਿਪ ਵੀ ਹੋਣਾ ਚਾਹੀਦਾ। ਜੇ ਰਿਲੇਸ਼ਨਸ਼ਿਪ ਨਹੀਂ ਹੋਇਆ ਫਿਰ ਤਾਂ ਲੜਾਈ ਝਗੜਾ ਹੋ ਗਿਆ ਅਤੇ ਅੱਧਿਆਂ ਨੇ ਮਰ ਜਾਣਾ, ਅੱਧਿਆਂ ਨੇ ਜੀ ਜਾਣਾ, ਅੱਗੇ ਉਹਨਾਂ ਨਾਲ ਕੋਈ ਲੜ ਪਏਗਾ। ਤਾਂ ਇਹ ਹੋ ਗਿਆ ਰਿਲੇਸ਼ਨਸ਼ਿਪ। ਇੰਟਰੈਕਸ਼ਨ ਮੈਨੇ ਰਿਲੇਸ਼ਨਸ਼ਿਪ। ਹੁਣ ਬੇਟਾ ਕਲੈਕਸ਼ਨ ਵੀ ਹੋ ਗਈ, ਇੰਟਰੈਕਸ਼ਨ ਵੀ ਹੋ ਗਈ, ਪਰ ਜੇ ਉਹਨਾਂ ਦੇ ਵਿੱਚ ਇਕੁਇਲਿਬਰੀਅਮ ਨਾ ਬਣਿਆ ਤਾਂ ਵੀ ਬੈਲੈਂਸ ਜਿਹੜਾ ਉਹ ਡਿਸਟਰਬਡ ਰਹਿਣਾ ਆ। ਤਾਂ ਇਕੁਇਲਿਬਰੀਅਮ ਹਰ ਚੀਜ਼ ਦੇ ਵਿੱਚ ਇੱਕ ਸਟੈਬਿਲਿਟੀ ਹੋਣਾ, ਇਕੁਇਲਿਬਰੀਅਮ ਮੇਨਟੇਨ ਹੋਣਾ ਵੀ ਬਹੁਤ ਜ਼ਰੂਰੀ ਆ। ਫਿਰ ਕੀ ਆ, ਚੇਂਜਸ ਵੀ ਆਉਣੀਆਂ ਚਾਹੀਦੀਆਂ। ਜਦੋਂ ਕੋਈ ਨਵਾਂ ਪ੍ਰੋਡਕਟ ਬਣਨਾ ਆ 2 ਪ੍ਰੋਡਕਟਸ ਤੋਂ, ਤਾਂ ਉਹਦੇ ਵਿੱਚ ਕੋਈ ਨਾ ਕੋਈ ਵੇਰੀਏਸ਼ਨ ਆਉਣੀ ਹੈ, ਤਾਂ ਹੀ ਬਾਇਓਡਾਇਵਰਸਿਟੀ ਕਹਿਲਾਏਗੀ। ਅਗਰ ਵੇਰੀਏਸ਼ਨ ਨਹੀਂ ਆਈ, ਚੇਂਜਸ ਨਹੀਂ ਹੋਈਆਂ, ਤਾਂ ਈਵੋਲਿਊਸ਼ਨ ਇੰਨਾ ਹੋਣਾ ਨਹੀਂ ਸੀਗਾ। ਐਵੋਲਿਊਸ਼ਨ ਜਿਹੜਾ ਇੰਨਾ ਹੋਇਆ ਆ, ਦੇ ਆਰ
ਚੇਂਜਸ ਹੈ ਨਾ, ਡਿਊ ਟੂ ਚੇਂਜਸ ਅਸੀਂ ਕਹਿ ਸਕਦੇ ਹਾਂ। ਕੋਈ ਵੀ ਚਾਹੇ ਟਵਿਨਸ ਵੀ ਆ ਤਾਂ ਉਹ ਵੀ ਕਿਤੇ ਨਾ ਕਿਤੇ ਮਾੜਾ ਮੋਟਾ ਡਿਫਰੈਂਟ ਹੋਣਗੇ ਹੀ। ਫਿਰ ਬੇਟਾ ਇਹ ਜਿਹੜਾ ਟੋਪਿਕ ਆ ਸਿਸਟਮ ਇਕੋਲੋਜੀ ਜਾਂ ਈਕੋਸਿਸਟਮ ਮਾਡਲਿੰਗ, ਇਹ ਇੱਕ ਥਿਓਰੈਟੀਕਲ ਜਿਹਾ ਟੋਪਿਕ ਆ, ਸਾਰਾ ਪੜ੍ਹਿਆ ਹੋਇਆ ਆ। ਇਹਦੇ ਵਿੱਚ ਮੇਨ ਹੈਗਾ ਸਾਈਬਰਨੈਟਿਕਸ। ਸਾਈਬਰਨੈਟਿਕਸ ਕਿਆ ਹੁੰਦਾ ਆ? ਇਟ ਇਜ਼ ਦ ਸਾਇੰਸ ਆਫ ਕੰਟਰੋਲ ਬਾय ਸੈਲਫ ਮੇਨਟੇਨੈਂਸ ਐਂਡ ਸੈਲਫ ਰੈਗੂਲੇਸ਼ਨ, ਕਿ ਹਰ ਚੀਜ਼ ਜਿਹੜੀ ਆ ਇੱਕ ਕੰਟਰੋਲਡ, ਇੱਕ ਮੈਨੇਜਡ, ਇੱਕ ਰੈਗੂਲੇਟਰੀ ਅਤੇ ਵੈਲ ਮੇਨਟੇਨਡ ਹੋਣੀ ਚਾਹੀਦੀ ਆ। ਤਾਂ ਆਪਾਂ ਪੜ੍ਹਦੇ ਹਾਂ ਕਿ ਜੇ ਇੱਕ ਚੀਜ਼ ਦੀ ਪਾਪੂਲੇਸ਼ਨ ਵੱਧ ਗਈ ਤਾਂ ਦੂਸਰੇ ਦੀ ਘਟਣੀ ਆ, ਤਾਂ ਵੀ ਬੈਲੈਂਸ ਜਿਹੜਾ ਆ ਉਹ ਡਿਸਟਰਬਡ ਹੋ ਜਾਣਾ ਆ। ਜਿੱਦਾਂ ਹੁਣ ਡਾਇਨਾਸੋਰਸ ਹੋਏ ਸੀ, ਅਗਰ ਡਾਇਨਾਸੋਰ ਹੀ ਦੁਨੀਆ 'ਤੇ ਰਹਿੰਦੇ ਤਾਂ ਹੋਰ ਕੋਈ ਪਾਪੂਲੇਸ਼ਨ ਐਨੀਮਲਸ ਨਹੀਂ ਦੇਖਣ ਨੂੰ ਮਿਲਣੇ ਸੀ, ਹੋ ਸਕਦਾ ਆਪਾਂ ਵੀ ਨਾ ਹੁੰਦੇ। ਤਾਂ ਇਹ ਸਾਰਾ ਨੇਚਰ ਨੇ ਵੈਸੇ ਤਾਂ ਮੇਨਟੇਨ ਕੀਤਾ ਹੈ ਕਿ ਹਰ ਫੈਕਟਰਸ ਕਹਿ ਲਓ, ਬਾਇਓਟਿਕ ਫੈਕਟਰਸ, ਇਹ ਬਾਇਓਟਿਕ ਫੈਕਟਰਸ ਸਭ ਹਰ ਚੀਜ਼ ਨੇ ਬੈਲੈਂਸ ਮੇਨਟੇਨ ਕੀਤਾ ਹੈ। ਫਿਰ ਆਉਂਦਾ ਆ ਹੋਮਿਓਸਟੈਸਿਸ। ਹੋਮਿਓਸਟੈਸਿਸ ਵੈਸੇ ਤੁਸੀਂ ਬਾਇਓ 'ਚ ਪੜ੍ਹਦੇ ਆ, ਤਾਂ ਬਾਇਓ 'ਚ ਤਾਂ ਇਹ ਹੁੰਦਾ ਆ ਕਿ ਆਪਾਂ ਬੋਡੀ ਹੈਜ਼ ਅ ਕਪੈਸਿਟੀ ਟੂ ਮੇਨਟੇਨ ਇਨਸਾਈਡ ਬੋਡੀ ਇਨਵਾਇਰਮੈਂਟਸ, ਇੱਕ ਸਟੇਬਲ ਕੰਡੀਸ਼ਨ 'ਚ ਰੱਖਣਾ ਹੈ ਨਾ ਕੋਈ ਟੈਂਪਰੇਚਰ ਬਹੁਤ ਜ਼ਿਆਦਾ ਵਧਣ ਦਿੰਦੀ ਹੈ ਬੋਡੀ ਦਾ, ਨਾ ਘਟਣ ਦਿੰਦੀ ਹੈ, ਤਾਂ ਹੀ ਆਪਾਂ ਗੁੱਡ ਫੀਲ ਕਰਦੇ ਹਾਂ, ਨਹੀਂ ਤਾਂ ਆਪਾਂ ਸਿਕ ਫੀਲ ਕਰਾਂਗੇ। ਠੀਕ ਹੈ। ਇਕੋਲੋਜੀ ਦੇ ਵਿੱਚ ਹੋਮਿਓਸਟੈਸਿਸ ਕੀ ਆ? ਟੈਂਡੈਂਸੀ ਆਫ ਐਨ ਈਕੋਸਿਸਟਮ। ਹੁਣ ਆਪਾਂ ਕਿਉਂਕਿ ਈਕੋਸਿਸਟਮ ਇਨਵਾਇਰਮੈਂਟ ਪੜ੍ਹ ਰਹੇ ਹਾਂ ਤਾਂ ਉਹਦੇ ਰਿਗਾਰਡਿੰਗ ਅਸੀਂ ਡੈਫੀਨੇਸ਼ਨ ਪੜ੍ਹਾਂਗੇ। ਟੂ ਰੈਜ਼ਿਸਟ ਐਨੀ ਚੇਂਜ ਐਂਡ ਟੂ ਮੇਨਟੇਨ ਸੈਲਫ ਰੈਗੂਲੇਟਡ ਸਟੇਟ ਆਫ ਇਕੁਇਲਿਬਰੀਅਮ। ਤਾਂ ਈਕੋਸਿਸਟਮ ਦੇ ਵਿੱਚ ਵੀ ਇੱਦਾਂ ਦੀ ਕਪੈਸਿਟੀ ਹੋਣੀ ਚਾਹੀਦੀ ਆ, ਜਾਂ ਗੁੱਡ ਈਕੋਸਿਸਟਮ ਉਹੀ ਆ ਵੈਲ ਮੇਨਟੇਨਡ ਈਕੋਸਿਸਟਮ, ਕਿ ਜਿਹੜੇ ਆਪਣੇ ਅੰਦਰ ਦਾ ਵੀ ਇਨਵਾਇਰਮੈਂਟ ਮੇਨਟੇਨ ਕਰਕੇ ਰੱਖਦਾ ਆ, ਇਕੁਇਲਿਬਰੀਅਮ ਉੱਥੇ ਮੇਨਟੇਨਡ ਆ। ਇਹ ਨਹੀਂ ਹੈਗਾ ਕਿ ਪਾਣੀ ਆ ਗਿਆ ਤਾਂ ਈਕੋਸਿਸਟਮ ਖਤਮ ਹੋ ਜਾਣਾ ਆ, ਸ਼ੇਰ ਵੱਧ ਗਏ ਤਾਂ ਈਕੋਸਿਸਟਮ ਖਤਮ ਹੋ ਜਾਣਾ, ਬੰਦਿਆਂ ਨੂੰ ਟੋਟਲੀ ਅੰਦਰ ਵਾੜਤਾ ਤਾਂ ਉਹਨਾਂ ਨੇ ਤਾਂ ਕਰਨਾ ਹੀ ਕਰਨਾ ਹੈ ਈਕੋਸਿਸਟਮ ਡੈਮੇਜ। ਤਾਂ ਇਹ ਵੀ ਬੈਲੈਂਸਡ ਹੋਣਾ ਚਾਹੀਦਾ ਆ, ਜਾਂ ਬੈਲੈਂਸਡ ਹੁੰਦਾ ਆ ਨੈਚੁਰਲੀ ਅਸੀਂ ਕਹਿ ਸਕਦੇ ਹਾਂ। ਹੁਣ ਸਿਸਟਮ ਇਕੋਲੋਜੀ ਜਿਹੜੀ ਆ ਇਹ ਸਟੱਡੀ ਕਰਦੇ ਹਾਂ ਆਪਾਂ 4 ਬੇਸਿਕ ਐਲੀਮੈਂਟਸ ਨੂੰ ਮੱਦੇ ਨਜ਼ਰ ਰੱਖਦੇ ਹੋਏ। ਮਾਡਲਿੰਗ, ਮਾਡਲ ਆਫ ਐਨ ਈਕੋਸਿਸਟਮ ਇਜ਼ ਕੰਸਟਰਕਟਡ, ਮਤਲਬ ਅਸੀਂ ਜਦੋਂ ਕੋਈ ਚੀਜ਼ ਸਟੱਡੀ ਕਰਨੀ ਆ ਤਾਂ ਆਪਾਂ ਪ੍ਰੈਕਟੀਕਲ ਤਾਂ ਕਰਦੇ ਹਾਂ, ਉਹਦੇ ਨਾਲ ਅਸੀਂ ਥਿਓਰੈਟੀਕਲ ਮਾਡਲਸ ਬਣਾਉਂਦੇ ਹਾਂ। ਜਿਵੇਂ ਹੁਣ ਆਪਾਂ ਐਗਜ਼ੀਬਿਸ਼ਨ ਲਗਾਈ ਸੀਗੀ ਤਾਂ ਇੱਕ ਬੱਚਾ ਮਲਚਿੰਗ ਦਾ ਲੈ ਕੇ ਆਇਆ ਸੀਗਾ ਮਾਡਲ, ਉਹ ਤੋਂ ਆਪਾਂ ਨੂੰ ਆਈਡੀਆ ਲੱਗ ਜਾਂਦਾ ਕਿ ਅਸੀਂ ਇੱਦਾਂ ਕਰਕੇ ਇੰਨੇ ਖੇਤ 'ਚ ਅਸੀਂ ਮਲਚਿੰਗ ਕਰ ਸਕਦੇ ਹਾਂ ਤਾਂ ਇਹਦਾ ਸਾਨੂੰ ਇੰਨਾ ਬੈਨੀਫਿਟ ਹੋਣਾ ਆ। ਮੈਥਮੈਟੀਕਲੀ ਵੀ ਅਸੀਂ ਡਾਟਾ ਐਨਾਲਿਸਿਸ ਕਰ ਲਿਆ, ਮਾਡਲ ਵੀ ਤਿਆਰ ਕਰ ਲਿਆ, ਪੇਪਰ ਵਰਕ ਵੀ ਹੋ ਗਿਆ ਸਾਡਾ, ਜਾਂ ਜੋ ਵੀ ਤੁਸੀਂ ਮਾਡਲਸ ਬਣਾਏ ਸੀਗੇ ਅਡਲਟ੍ਰੇਸ਼ਨ ਵਗੈਰਾ ਦੇ ਵੀ। ਤਾਂ ਇੱਦਾਂ ਮਾਡਲਿੰਗ ਹੋਣਾ ਵੀ, ਮਾਡਲਸ ਬਣਾਉਣਾ ਵੀ ਜ਼ਰੂਰੀ ਆ। ਮਾਡਲਿੰਗ ਤੋਂ ਸਾਨੂੰ ਪਹਿਲਾਂ ਹੀ ਆਈਡੀਆ ਲੱਗ ਜਾਂਦਾ ਹੈ ਕਿ ਅਸੀਂ ਆਹ ਕਰਨਾ ਆ, ਇਸ ਤਰ੍ਹਾਂ ਕਰਨਾ ਆ, ਫਿਰ ਅਸੀਂ ਉੱਦਾਂ ਐਕਟ ਅਪੋਨ ਕਰ ਲਈਦਾ ਆ। ਹੁਣ ਸਾਈਮੂਲੇਸ਼ਨ ਮਾਡਲਸ ਜਿਹੜੇ ਆਰ ਮੋਸਟਲੀ ਮੈਥਮੈਟੀਕਲ ਕੰਪਿਊਟਰਾਈਜ਼ ਵਿਚ ਆਰ ਯੂਜ਼ ਫॉर ਪ੍ਰੋਡਕਟਿਵ ਪਰਪਸਿਸ। ਸਾਈਮੂਲੇਸ਼ਨ ਕਰਨਾ ਵੀ ਜ਼ਰੂਰੀ ਆ। ਹੁਣ ਮੰਨ ਲਓ ਅਸੀਂ ਮਾਡਲ ਬਣਾ ਲਿਆ ਪਰ ਉਸ ਮਾਡਲ ਨੂੰ ਕਿਤੇ ਅਸੀਂ ਡਾਟਾ ਕੱਢ ਕੇ ਯੂਜ਼ ਹੀ ਨਹੀਂ ਕੀਤਾ, ਫਿਰ ਸਾਨੂੰ ਉਹ ਮਾਡਲ ਦਾ ਕੋਈ ਫਾਇਦਾ ਨਹੀਂ ਹੋਣਾ। ਤਾਂ ਜਿਵੇਂ ਮੈਂ ਦੱਸਿਆ ਕਿ ਮੰਨ ਲਓ ਚਿਮਨੀ ਲਗਾਉਣੀ ਆ, ਅਸੀਂ ਚਿਮਨੀ ਤੋਂ ਆਈਡੀਆ ਲਗਾਉਣਾ, ਪਹਿਲਾਂ ਉਹਦਾ ਮਾਡਲ ਬਣਾਉਣਾ ਕਿ ਇੰਨਾ ਕੁ ਸਾਡਾ ਖਰਚਾ ਆਏਗਾ, ਇਹ ਚੀਜ਼ਾਂ ਸਾਨੂੰ ਚਾਹੀਦੀਆਂ। ਜਦੋਂ ਚਿਮਨੀ ਬਣਾ ਲਈ ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਇਸ ਫੈਕਟਰੀ 'ਚ ਅਗਰ ਅਸੀਂ ਆਹ ਚਿਮਨੀ ਲਗਾਈ, ਇਹਦੇ ਤੋਂ ਇੰਨੇ ਪਾਰਟੀਕੂਲੇਟ ਮੈਟਰਸ ਕੰਟਰੋਲ ਹੁੰਦੇ ਆ, ਇੰਨੀ ਗੈਸ਼ੀਅਸ ਅਸੀਂ ਮੈਟਰਸ ਕੰਟਰੋਲ ਕਰ ਸਕਦੇ ਹਾਂ। ਤਾਂ ਉਹ ਸਾਡੇ ਕੋਲ ਇੱਕ ਰਫ ਡਾਟਾ ਆ ਜਾਂਦਾ, ਇੱਕ ਫਾਰਮੂਲਾ ਵੀ ਅਸੀਂ ਡਿਰਾਈਵ ਕਰ ਲਈਦੇ ਆ, ਉਹ ਤੋਂ ਅਸੀਂ ਅੱਗੇ ਆਪਣਾ ਪੂਰਾ ਹਾਈ ਲੈਵਲ 'ਤੇ ਆਪਣਾ ਕੰਮ ਕਰ ਸਕਦੇ ਹਾਂ। ਫਿਰ ਹੈਗਾ ਸਿਸਟਮ ਐਨਾਲਿਸਿਸ ਤਾਂ ਉਹੀ ਹੈ ਕਿ ਆਪਾਂ ਨੂੰ ਐਨਾਲਿਸਿਸ ਹਰ ਚੀਜ਼ ਦਾ ਕਰਾਂਗੇ ਤਾਂ ਹੀ ਅਸੀਂ ਕਿਸੇ ਨਤੀਜੇ 'ਤੇ ਪਹੁੰਚਾਂਗੇ, ਤਾਂ ਹੀ ਅਸੀਂ ਕੁਝ ਕੰਟਰੋਲ ਕਰ ਪਾਵਾਂਗੇ। ਸਿਸਟਮ ਥਿਓਰੀ ਸਟੇਟਸ ਦੈਟ ਆਰਗੈਨਿਜ਼ਮ ਅਤੇ ਇਨਵਾਇਰਮੈਂਟ ਆਰ ਇੰਟਰਡਿਪੈਂਡੈਂਟ। ਇਹ ਤਾਂ ਅਸੀਂ ਪਹਿਲੇ ਦਿਨ ਤੋਂ ਹੀ ਪੜ੍ਹਦੇ ਆ ਰਹੇ ਹਾਂ ਕਿ
ऑर्गेनिजम्स आपस च भी इंटरैक्ट करते हैं एज वैल एज देयर इंटरैक्शन विद द इन्वायरमेंट। फिर हैगा अप्लाइड इकोलॉजी, ਅਸੀਂ ਥੋੜ੍ਹਾ ਜਿਹਾ ਦੇਖਿਆ ਵੀ ਆ, ਬ੍ਰਾਂਚ ਆਫ ਇਕੋਲॉजी ਵਿਚ ਡੀਲਸ ਵਿਦ ਦ ਅਪਲਾਈਡ ਐਸਪੈਕਟਸ ਆਫ ਇਕੋਲੋਜੀਕਲ ਪ੍ਰਿੰਸੀਪਲਸ in order to manage and conserve the nature and its resources, aiming to meet the needs of present generation। ਹੁਣ ਜਿੰਨਾ ਵੀ ਅਸੀਂ ਕੰਜ਼ਰਵੇਸ਼ਨ, ਪਹਿਲਾਂ ਤਾਂ ਅਸੀਂ ਇਕੋਲॉजी ਪੜ੍ਹਦੇ ਸੀ, ਇਕੋਲॉजी 'ਚ ਤਾਂ ਅਸੀਂ ਸਾਰਾ ਕੁਝ ਤਹਿਸ ਨਹਿਸ ਕਰਤਾ। ਹੁਣ ਸੁਧਾਰਨ ਲਈ ਅਸੀਂ ਜਿਹੜੀ ਬ੍ਰਾਂਚ ਪੜ੍ਹਦੇ ਹਾਂ ਉਹ ਹੋ ਗਈ ਅਪਲਾਈਡ ਇਕੋਲॉजी, ਕਿ ਕੰਜ਼ਰਵੇਸ਼ਨ ਆਫ ਨੇਚਰ, ਨੈਚੁਰਲ ਰਿਸੋਰਸਿਸ, ਵਾਈਲਡ ਲਾਈਫ ਪ੍ਰੋਟੈਕਸ਼ਨ ਹੋ ਗਿਆ, ਜੁਆਇੰਟ ਫੋਰੈਸਟ ਮੈਨੇਜਮੈਂਟ ਹੋ ਗਿਆ। ਇਹ ਸਾਰਾ ਜਿਹੜਾ ਆ ਅਪਲਾਈਡ ਇਕੋਲॉजी ਦੇ ਅੰਡਰ ਆਉਂਦਾ ਆ ਹੈ ਨਾ। ਹੁਣ ਐਪਲੋਇਡ ਇੱਕ ਕੰਸੈਪਟ ਆਫ ਸਸਟੇਨੇਬਿਲਿਟੀ ਅਸੀਂ ਇਹ 'ਚ ਪੜ੍ਹਦੇ ਹਾਂ। ਸਸਟੇਨੇਬਿਲਿਟੀ ਜਾਂ ਸਸਟੇਨੇਬਲ ਡਿਵੈਲਪਮੈਂਟ ਕਿਆ ਹੁੰਦਾ ਆ, ਸਟੈਪ ਬਾਏ ਸਟੈਪ ਜਿਹੜਾ ਅਸੀਂ ਸਿਕੁਐਂਸ਼ੀਅਲੀ ਅੱਛੇ ਤਰੀਕੇ ਨਾਲ, ਵੈਲ ਮੈਨਰਡ, ਵੈਲ ਪਲੈਨਡ ਤਰੀਕੇ ਨਾਲ ਜਦੋਂ ਅਸੀਂ ਮੈਨੇਜਮੈਂਟ ਕਰਦੇ ਹਾਂ, ਪੋਲਿਊਸ਼ਨ ਦਾ ਮੈਨੇਜਮੈਂਟ ਹੋ ਗਿਆ, ਨੈਚੁਰਲ ਰਿਸੋਰਸਿਸ ਦਾ ਮੈਨੇਜਮੈਂਟ ਹੋ ਗਿਆ, ਕੰਜ਼ਰਵੇਸ਼ਨ ਆਫ ਫੋਰੈਸਟ ਹੋ ਗਿਆ, ਕੰਜ਼ਰਵੇਸ਼ਨ ਆਫ ਵਾਈਲਡ ਲਾਈਫ ਹੋ ਗਿਆ, ਤਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਅੱਛੇ ਤਰੀਕੇ ਨਾਲ ਐਗਰੀਕਲਚਰ ਨੂੰ ਅਸੀਂ ਡੀਲ ਕਰੀਏ ਤਾਂ ਕਿ ਉਹ ਈਕੋ ਫਰੈਂਡਲੀ ਹੋਵੇ, ਇਨਵਾਇਰਮੈਂਟ ਨੂੰ ਡੈਮੇਜ ਨਾ ਕਰੇ। ਤਾਂ ਇਹ ਸਾਰਾ ਜਿਹੜਾ ਆ ਸਸਟੇਨੇਬਲ ਡਿਵੈਲਪਮੈਂਟ। ਸਸਟੇਨੇਬਲ ਡਿਵੈਲਪਮੈਂਟ 'ਚ ਸਾਰਾ ਕੁਝ ਈਕੋ ਫਰੈਂਡਲੀ ਆਉਂਦਾ ਆ ਵਿਦ ਐਡਵਾਂਸ ਟੈਕਨੀਕਸ, ਪਰ ਵਾਤਾਵਰਨ ਨੂੰ ਕਿਤੇ ਵੀ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਤਾਂ ਇਹ ਸਾਰਾ ਜਿਹੜਾ ਆਉਂਦਾ ਆ ਉਹ ਸਸਟੇਨੇਬਲ ਡਿਵੈਲਪਮੈਂਟ 'ਚ ਆਉਂਦਾ। ਵੈਸੇ ਤੁਸੀਂ ਹੁਣ ਇੱਥੇ ਤਾਂ ਬਹੁਤ ਸਾਰੇ ਮੋਡਲਸ ਵੀ ਬਣਾ ਚੁੱਕੇ ਆ, ਸੈਮੀਨਾਰਸ ਅਟੈਂਡ ਕਰ ਚੁੱਕੇ ਆ, ਤਾਂ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ। ਫਿਰ ਜਿਹੜੀ ਡੈਫੀਨੇਸ਼ਨਸ ਐਸਿਡ ਰੇਨ, ਗਲੋਬਲ ਵਾਰਮਿੰਗ, ਇਹ ਸਾਰਾ ਤੁਹਾਨੂੰ ਆਉਂਦਾ ਆ, ਡੀਫੋਰੈਸਟੇਸ਼ਨ ਵਗੈਰਾ। ਮੇਨ ਜਿਹੜਾ ਇਹਦੇ ਵਿੱਚ ਸਸਟੇਨੇਬਲ ਡਿਵੈਲਪਮੈਂਟ 'ਚ ਆਉਂਦਾ ਮੈਨੇਜਮੈਂਟ ਪ੍ਰੈਕਟਿਸਿਸ। ਹੁਣ ਮੈਨੇਜਮੈਂਟ ਕਾਹਦਾ, ਜਿਵੇਂ ਕੈਮੀਕਲ ਫਰਟੀਲਾਈਜ਼ਰਸ, ਪੈਸਟੀਸਾਈਡਸ ਹੋ ਗਿਆ, ਇਨਸੈਕਟੀਸਾਈਡਸ ਹੋ ਗਏ, ਵੀਡੀਸਾਈਡਸ ਹੋ ਗਏ। ਸਾਨੂੰ ਪਤਾ ਹੈ ਸਾਰੇ ਕੈਮੀਕਲ ਦੇ ਬਣੇ ਹੋਏ ਆ, ਸਾਨੂੰ ਨੁਕਸਾਨ ਪਹੁੰਚਾਉਂਦੇ ਆ, ਸਾਡੀ ਹੈਲਥ ਨੂੰ ਨੁਕਸਾਨ ਪਹੁੰਚਾਉਂਦੇ ਆ, ਐਨੀਮਲਸ ਨੂੰ ਡਿਜ਼ੀਜ਼ਸ ਕਰਦੇ ਆ। ਅਸਥਮਾ ਦੀ ਪ੍ਰੋਬਲਮ ਸਾਡੇ 'ਚ ਹੁੰਦੀ ਪਈ ਆ, ਬੱਚਿਆਂ 'ਚ ਦੇਖਣ ਨੂੰ ਮਿਲੀ ਆ, ਰੈਸਪੀਰੇਟਰੀ ਪ੍ਰੋਬਲਮਸ ਪੋਲਿਊਸ਼ਨ ਦੇ ਨਾਲ ਇੰਨਾ ਹੁੰਦਾ ਆ। ਤਾਂ ਹਰ ਚੀਜ਼ ਨੂੰ ਮੈਨੇਜ ਕਰਕੇ ਇਨਵਾਇਰਮੈਂਟ 'ਚ ਭੇਜਣਾ, ਟਰੀਟ ਕਰਕੇ ਇਨਵਾਇਰਮੈਂਟ 'ਚ ਭੇਜਣਾ ਤਾਂ ਕਿ ਇਨਵਾਇਰਮੈਂਟ ਵੀ ਖੁਸ਼ਹਾਲ ਰਵੇ, ਨੁਕਸਾਨ ਨਾ ਹੋਵੇ, ਉਹ ਹੋ ਗਈਆਂ ਮੈਨੇਜਮੈਂਟ ਪ੍ਰੈਕਟਿਸਿਸ। ਇਹ ਸਾਰਾ ਸਸਟੇਨੇਬਲ ਡਿਵੈਲਪਮੈਂਟ ਦੇ ਵਿੱਚ ਆਉਂਦਾ ਆ। ਇੱਕ ਜਿਹੜੀ ਖਾਸ ਹੈਗੀ ਆ, ਤੁਸੀਂ ਹਮੇਸ਼ਾ ਪੜ੍ਹਦੇ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ। ਤਾਂ ਚਲੋ ਪਹਿਲਾਂ ਆਪਾਂ ਇੰਟੀਗ੍ਰੇਟਿਡ ਨਿਊਟਰੀਐਂਟ ਮੈਨੇਜਮੈਂਟ ਹੋ ਗਿਆ, ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਹੋ ਗਿਆ, ਹਾਰਮੋਨੀਅਸ ਐਪਲੀਕੇਸ਼ਨ ਆਫ, ਹੈ ਨਾ। ਹਾਰਮੋਨੀਅਸ ਦਾ ਮਤਲਬ ਕਿ ਬਾਇਓਲੋਜੀਕਲ ਸਾਰੀਆਂ ਚੀਜ਼ਾਂ, ਬਾਇਓ ਫਰਟੀਲਾਈਜ਼ਰਸ, ਬਾਇਓ ਪੈਸਟੀਸਾਈਡਸ, ਬਾਇਓ ਇਨਸੈਕਟੀਸਾਈਡਸ, ਇਹ ਸਾਰੀਆਂ ਚੀਜ਼ਾਂ ਵੀ ਪਲੈਨਡ ਵੇ ਨਾਲ, ਮੈਨੇਜਡ ਵੇ ਨਾਲ ਯੂਜ਼ ਕਰਨਾ ਤਾਂ ਕਿ ਸਾਡਾ ਪ੍ਰੋਡਕਸ਼ਨ ਵੀ ਵੱਧ ਜਾਵੇ, ਯੀਲਡ ਵੀ ਵੱਧ ਜਾਵੇ, ਕਿਸਾਨਾਂ ਨੂੰ ਵੀ ਫਾਇਦਾ ਹੋਵੇ, ਪਰ ਵਾਤਾਵਰਨ ਨੂੰ ਕੋਈ ਨੁਕਸਾਨ ਨਾ ਹੋਵੇ, ਸਾਨੂੰ ਕੋਈ ਬਿਮਾਰੀਆਂ ਨਾ ਹੋਣ, ਸਿਹਤ ਵੀ ਅੱਛੀ ਰਹੇ, ਬਾਇਓਲੋਜੀਕਲ ਮੈਗਨੀਫਿਕੇਸ਼ਨ ਨਾ ਹੋਵੇ। ਬਾਇਓਲੋਜੀਕਲ ਮੈਗਨੀਫਿਕੇਸ਼ਨ ਕੀ, ਜਿੱਦਾਂ ਹੁਣ DDT ਪਾਈ ਜਾਂਦੇ ਇੰਨੇ ਸਾਲਾਂ ਤੋਂ, ਹੁਣ ਤਾਂ ਮੱਛਰਾਂ ਨੇ ਵੀ ਮਰਨਾ ਬੰਦ ਕਰਤਾ, ਕੀੜੇ ਵੀ ਨਹੀਂ ਮਰਦੇ। ਸਾਨੂੰ ਸਿਹਤ ਨੂੰ ਵੀ ਜਦੋਂ ਪ੍ਰੈਕਟੀਕਲ ਕੀਤੇ ਤਾਂ ਬੋਡੀਜ਼ ਦੇ ਅੰਦਰ ਅਲੱਗ-ਅਲੱਗ ਜਨਰੇਸ਼ਨ ਦੇ ਵਿੱਚ ਬੋਡੀਜ਼ ਦੇ ਅੰਦਰ ਵੀ ਦੇਖਣ ਨੂੰ ਮਿਲੇ, DDT ਦੇਖਣ ਨੂੰ ਮਿਲੀ। ਤਾਂ ਇਹ ਸਾਰੇ ਜਿਹੜੇ ਇੰਨਾ ਯੂਜ਼ ਆਫ ਕੈਮੀਕਲਸ ਕਿ ਅਸੀਂ ਆਦੀ ਹੋ ਗਏ, ਉਹਦੇ ਰੈਜ਼ਿਸਟੈਂਟ ਹੋ ਗਏ ਕਿ ਹੁਣ ਸਾਨੂੰ ਉਹਨਾਂ ਦਾ ਅਸਰ ਵੀ ਨਹੀਂ ਹੁੰਦਾ ਉਹਨਾਂ 'ਤੇ। ਅਤੇ ਕ੍ਰੌਪਸ ਦੇ ਅੰਦਰ ਵੀ ਫਰਟੀਲਾਈਜ਼ਰਸ ਦਾ ਕਹਿ ਲਓ ਕਿ ਕੁਆਂਟਿਟੀ ਦੇਖਣ ਨੂੰ ਮਿਲੀ ਆ, ਕ੍ਰੌਪਸ ਦੇ ਥਰੂ ਸਾਡੇ ਢਿੱਡਾਂ 'ਚ ਜਾਂਦੀ ਆ, ਅਤੇ ਸਟਮਕ ਦੇ ਵਿੱਚ ਵੀ DDT ਵਗੈਰਾ ਦੇਖਣ ਨੂੰ ਮਿਲੀ ਆ, ਜਾਂ ਕੈਮੀਕਲ ਫਰਟੀਲਾਈਜ਼ਰਸ। ਤਾਂ ਹੀ ਇੰਨੀਆਂ ਬਿਮਾਰੀਆਂ ਆ, ਲੋਕ ਦੁਖੀ ਆ ਇੰਨੇ, ਹੈ ਨਾ। ਛੋਟੀ ਏਜ 'ਚ ਡਾਇਬਟੀਜ਼ ਜਾਂ ਹੋਰ ਥੈਲੇਸੀਮੀਆ ਵਗੈਰਾ ਅੱਜ ਕੱਲ੍ਹ ਕਾਮਨ ਆ।
ਤਾਂ ਇਹ ਸਾਰੇ ਜਿਹੜੇ ਨੁਕਸਾਨ ਆ ਇਹ ਨਹੀਂ ਹੋਣੇ ਚਾਹੀਦੇ। ਤਾਂ ਇਹਦੇ ਲਈ ਸਾਨੂੰ ਬਾਇਓਲੋਜੀਕਲ ਯੂਜ਼ ਕਰਨਾ ਚਾਹੀਦਾ, ਫਰਟੀਲਾਈਜ਼ਰਸ, ਬਾਇਓਲੋਜੀਕਲ ਫਰਟੀਲਾਈਜ਼ਰ ਵਗੈਰਾ। ਅਤੇ ਔਨ ਦਾ ਅਦਰ ਹੈਂਡ ਇੱਦਾਂ ਦੀ ਕ੍ਰੌਪਸ ਡੈਵਲਪ ਕਰ ਲੈਣੀਆਂ ਚਾਹੀਦੀਆਂ, ਗਰੋ ਕਰਨੀਆਂ ਚਾਹੀਦੀਆਂ ਜਿਨ੍ਹਾਂ 'ਚ ਕੈਮੀਕਲ ਫਰਟੀਲਾਈਜ਼ਰਸ ਯੂਜ਼ ਹੀ ਨਾ ਹੋਣ। ਤਾਂ ਇਹ ਸਾਰਾ ਜਿਹੜਾ ਆ, ਚਲੋ ਕੁਛ ਅਸੀਂ ਅਡਾਪਟ ਕੀਤੇ ਆ ਪੁਆਇੰਟਸ, ਕਿਸੇ ਨੇ ਬਹੁਤ ਜ਼ਿਆਦਾ ਤਾਂ ਨਹੀਂ ਕੰਟਰੋਲ ਕਰ ਪਾਏ, ਪਰ ਹਾਂ ਥੋੜ੍ਹਾ ਅਵੇਅਰ ਹੋ ਗਏ ਤਾਂ ਆਪਾਂ ਯੂਜ਼ ਕਰਨਾ ਸ਼ੁਰੂ ਕਰਤੇ। ਪਲਾਸਟਿਕਸ ਨਹੀਂ ਯੂਜ਼ ਕਰਨੇ ਚਾਹੀਦੇ ਹੈ ਨਾ, ਇਹਨਾਂ ਨਾਲ ਪਸ਼ੂ ਵੀ ਮਰਦੇ ਆ, ਗਲਾ ਉਹਨਾਂ ਦਾ ਚੋਕ ਹੋ ਜਾਂਦਾ ਜਦੋਂ ਅੰਦਰ ਜਾਂਦੀਆਂ ਆ। ਫਿਰ ਵੀਡ ਮੈਨੇਜਮੈਂਟ ਹੋ ਗਈ, ਵੀਡ ਮਤਲਬ ਜੜੀ ਬੂਟੀ ਜੰਗਲੀ ਜਿਹੜੀ ਆ ਉਹਨੂੰ ਮੈਨੇਜ ਕਰਨਾ। ਦੈਨ ਐਕਸਟੈਂਸ਼ਨ ਪ੍ਰੋਗਰਾਮਸ, ਤਾਂ ਇਹ ਆਪਣੇ ਤਾਂ ਕਾਲਜ 'ਚ ਤੁਸੀਂ ਐਕਸਪਰਟ ਹੋ, ਹੁਣ ਤਾਂ ਤੁਹਾਨੂੰ ਪਤਾ ਹੀ ਆ ਸੈਮੀਨਾਰ ਆਪਾਂ ਕਿੰਨੇ ਕਰਾਈਦੇ ਆ। ਦੈਨ ਡਿਫਰੈਂਟ ਸਾਇੰਸ ਸੁਸਾਇਟੀ ਦੇ ਤਹਿਤ ਡਿਫਰੈਂਟ ਐਗਜ਼ੀਬਿਸ਼ਨਸ, ਮਾਡਲਸ ਵਗੈਰਾ, ਕੰਪੀਟੀਸ਼ਨਸ ਕਰਵਾਉਂਦੇ ਆ। ਅਤੇ ਇਹ ਸਾਰੀਆਂ ਚੀਜ਼ਾਂ, ਪਿੰਡਾਂ 'ਚ ਜਾ ਕੇ ਲੈਕਚਰ ਦੇਣਾ ਜਾਂ NGOs ਨੂੰ ਨਾਲ ਇਨਵੋਲਵ ਕਰਕੇ ਕੰਮ ਕਰਨਾ ਹੈ ਨਾ, ਇਸ ਤਰ੍ਹਾਂ ਦਾ ਪੂਰਾ ਡਿਵੈਲਪਮੈਂਟ, ਲੋਕਾਂ ਨੂੰ ਅਵੇਅਰ ਕਰਨਾ, ਜਾਗਰੂਕ ਕਰਨਾ। ਤਾਂ ਲੋਕਾਂ ਦੀਆਂ ਵੀ ਕਮੇਟੀਜ਼ ਬਣਾ ਕੇ ਉਹਨਾਂ ਤੋਂ ਹੀ ਰੋਲ ਪਲੇ ਕਰਵਾਉਣਾ। ਇਹ ਸਾਰੇ ਪ੍ਰੋਗਰਾਮਸ ਜਿਹੜੇ ਆ ਇਹ ਐਕਸਟੈਂਸ਼ਨ ਪ੍ਰੋਗਰਾਮਸ ਹੁੰਦੇ ਆ। ਤਾਂ ਜੇ 100% ਇਹਨਾਂ ਪ੍ਰੋਗਰਾਮਸ ਦਾ ਨਹੀਂ ਫਰਕ ਪੈਂਦਾ ਤਾਂ ਐਟਲੀਸਟ ਪਹਿਲੇ ਸਾਲ ਜਿੱਦਾਂ 5, ਫਿਰ 10, 15 ਅਤੇ ਹੁਣ 50-60% ਦਾ ਫਰਕ ਪਿਆ ਹੀ ਹੋਏਗਾ ਹੈ ਨਾ, ਪਿਆ ਹੀ ਆ। ਤੁਸੀਂ ਦੇਖਦੇ ਹੀ ਆ, ਹੁਣ ਆਪਾਂ ਕਰੋਨਾ ਵਾਇਰਸ ਲਈ ਪਹਿਲਾਂ ਕਿੰਨੇ ਕਹਿ ਲਓ ਕਿ ਡਰਦੇ ਸੀਗੇ, ਹੁਣ ਆਪਾਂ ਬੇਖੌਫ ਹੋ ਕੇ ਆਪਾਂ ਜਸਟ ਪ੍ਰੀਕੋਸ਼ਨਸ ਲੈਂਦੇ ਹਾਂ ਕਿ ਮਾਸਕ ਪਾ ਲਿਆ, ਹੈਂਡ ਵਾਸ਼ ਕਰ ਲਏ, ਆਪਾਂ ਓਨਾ ਨਹੀਂ ਡਰਦੇ ਜਿੰਨਾ ਫਸਟ ਡੇ ਡਰੇ ਸੀ ਕਰੋਨਾ ਵਾਇਰਸ ਤੋਂ ਕਿ ਪਤਾ ਨਹੀਂ ਕੀ ਹੋਣਾ ਆ। ਤਾਂ ਸੇਮ ਵੇ ਇਹਦੇ ਵਿੱਚ ਵੀ ਅਸੀਂ ਜੇ ਬਹੁਤ ਨਹੀਂ ਤਾਂ ਕੁਛ ਹੱਦ ਤੱਕ ਤਾਂ ਕੰਟਰੋਲ ਕਰ ਪਾਏ ਆ, ਗਲੋਬਲ ਵਾਰਮਿੰਗ ਵਗੈਰਾ, ਓਜ਼ੋਨ ਡਿਪਲੀਸ਼ਨ ਨਾ। ਲੇਕਿਨ ਫਿਰ ਵੀ ਹਾਲੇ ਸਾਨੂੰ ਟ੍ਰਿਪਲ ਇਸ ਫੀਲਡ 'ਚ ਕੰਮ ਕਰਨ ਦੀ ਲੋੜ ਆ, ਪੂਰੀ ਤਰ੍ਹਾਂ ਈਕੋ ਫਰੈਂਡਲੀ ਚੀਜ਼ਾਂ ਯੂਜ਼ ਕਰਨ 'ਚ ਜਾਂ ਇਹ ਵਾਤਾਵਰਨ ਨੂੰ ਸੇਫ ਕਰਨ 'ਚ ਅਸੀਂ ਹਾਲੇ ਬਹੁਤ ਤੋਂ ਵੀ ਬਹੁਤ ਪਿੱਛੇ ਹਾਂ। ਤਾਂ ਹੀ ਈਕੋਲੋਜੀ ਦੀ ਸਟੱਡੀ ਜਿਹੜੀ ਆ ਉਹ ਜ਼ਰੂਰੀ ਆ। ਫਸਟ ਚੈਪਟਰ ਬਹੁਤ ਬੇਸਿਕ ਜਿਹਾ ਸੀ, 1-2 ਰੀਡਿੰਗਸ ਲਗਾ ਲਿਓ, ਇਹ 'ਚੋਂ ਥੋੜ੍ਹੀ ਬਹੁਤ ਡੈਫੀਨੇਸ਼ਨ ਵਗੈਰਾ ਤੁਹਾਨੂੰ ਪੁੱਛ ਸਕਦੇ ਆ, ਵਰਡ ਕਿਹਨੇ ਕੁਆਇਨ ਕੀਤਾ ਸੀ ਇਹ ਪੁੱਛ ਸਕਦੇ ਆ। ਪੜ੍ਹ ਲਿਓ, ਨਹੀਂ ਸਮਝ ਆਇਆ ਪੁੱਛ ਲਿਓ ਦੁਬਾਰਾ। ਟਿਲ ਦੈਨ ਗੁੱਡ ਬਾਏ ਬੇਟਾ।